जी अस्सलाम वालेकुम रहमतुल्लाह जी। अज चक 37 जनूबी सरगोदा दे कुछ तारीख कुछ हिस्टरी हम जमाते अहमदिया हवाले नाल ना ते जो पुछना चाहते हो अपना अस्सलाम वालेकुम। अभी कुछ देर पहले मामू जान फैसल साबर साहब माशाल्लाह 88 साल मामू जान की उम्र है। बड़ी बहुत सारी बातें इनको याद है, ऐसी ऐसी बातें कि मज़ा आ जाता है सुन के। तो मेरे जो परदादा थे वो मशहूर थे कक्कू खान के नाम से, हर कोई उनको कक्कू खान या काकू खान या इस तरह से। तो आज मामू जान ने एक बड़ी दिलचस्प बात बताई। उन्होंने कहा कि उनका नाम कक्कू खान या कक्कू खान मशहूर था, लेकिन वो नाम नहीं था उनका। तो किसी हम जनरेशन में तो किसी को पता ही नहीं नाम कैसे, तो वो कैसे हो मैं अच्छा चाह रहा था कि मामू जान खुद बताएं। इनकी ये बात भी है कि इन्होंने छठी क्लास से मैट्रिक तक अच्छा उसी जगह रह के किया है। सेंची चक में रह के इन्होंने मैट्रिक किया। अच्छा 5वीं क्लास से छठी तक 10वीं तक अच्छा मैट्रिक वहाँ से किया। अच्छा तो ये इस लिहाज से इनकी जो बातें हैं ना वो बड़ी सुनने वाली हैं और इनको पता है, ज़ाती तौर पे उन बातों को पता है। ठीक है। तो बाबा जी कक्कू खान उन्होंने असल नाम तो नूर मोहम्मद सी, ਜਿਹੜਾ ਵਾਲਦੈਨ ਨੇ ਰੱਖਿਆ ਸੀ। ਲੇਕਿਨ ਉਹਨਾਂ ਦੇ ਖਾਨਦਾਨ ਦੇ ਵਿੱਚ ਅਕਸਰ ਲੋਕਾਂ ਦੇ ਰੰਗ ਜਿਹੜੇ ਸਨ ਉਹ ਗੰਦਮੀ ਸਹੀ ਮਾਇਲ ਗੰਦਮੀ ਸਨ। ਤੇ ਬਾਬਾ ਜੀ ਜਦੋਂ ਪੈਦਾ ਹੋਏ ਨੇ ਇਹਨਾਂ ਦਾ ਰੰਗ ਬੜਾ ਸੁਰਖ ਸਫੈਦ ਸੀ। अच्छा ਉਹ ਫਿਰ ਉਹ ਘਰ ਵਾਲਿਆਂ ਨੇ ਇਹਨਾਂ ਨੂੰ ਕੱਕੂ ਖਾਂ ਕਹਿਣਾ ਸ਼ੁਰੂ ਕਰਤਾ। अच्छा ਨਾਮ ਨੂਰ ਮੁਹੰਮਦ ਰੱਖਿਆ, अच्छा अच्छा ਲੇਕਿਨ ਉਹ ਰੰਗ ਦੀ ਵਜ੍ਹਾ ਨਾਲ ਕੱਕੂ ਖਾਂ ਕਹਿਣਾ ਸ਼ੁਰੂ हाँ ਕਰਤਾ। हाँ हाँ सही ਕਿਉਂਕਿ ਪੰਜਾਬ ਵਿੱਚ ਜਿਹੜਾ ਸੁਰਖ ਰੰਗ ਹੁੰਦਾ ਸਫੈਦ ਉਹਨੂੰ ਕੱਕਾ कक्का ਕਹਿੰਦੇ ਨੇ। बिल्कुल ਉਹ ਉਸ ਤੋਂ ਨਾ ਉਹਨੇ ਕੱਕੂ ਖਾਂ ਘਰ ਵਾਲੇ ਕੱਕੂ ਖਾਂ ਕਹਿਣਾ ਸ਼ੁਰੂ ਕਰ ਦਿੱਤਾ। ਉਹ ਫਿਰ ਉਹੀ ਮਸ਼ਹੂਰ ਹੋ ਗਿਆ। ਅਸਲ ਨਾਮ ਜਿਹੜਾ ਸੀ ਉਹ ਫਿਰ ਪਿੱਛੇ ਚਲਾ ਗਿਆ। अच्छा ਨੂਰ ਮੁਹੰਮਦ ਜਿਹੜਾ ਨਾਮ ਰੱਖਿਆ ਸੀ ਵਾਲਦੈਨ ਨੇ ਉਹ ਨਹੀਂ ਚੱਲਿਆ। ਫਿਰ ਮੈਨੂੰ ਵੀ ਪਤਾ ਚੱਲਿਆ ਉਹਨਾਂ ਦੀ ਇੱਕ ਕਿਤਾਬ ਚੋਂ, अच्छा ਉਹਨਾਂ ਦੀ ਲਾਇਬ੍ਰੇਰੀ 'ਚ ਕਿਤਾਬ ਸੀ ਮੁਕੱਦਮਾ ਬਹਾਵਲਪੁਰ। अच्छा ਉਹਦੇ ਵਿੱਚ ਉਹਨਾਂ ਨੇ ਪਹਿਲੇ ਟਾਈਟਲ ਪੇਜ ਤੇ ਆਪਣਾ ਨਾਮ ਲਿਖਿਆ ਸੀ ਮਮਲੂਕਾ ਅਲ ਮਾਰੂਫ ਮਮਲੂਕਾ ਨੂਰ ਮੁਹੰਮਦ ਅਲ ਮਾਰੂਫ ਕੱਕੂ ਖਾਂ। अच्छा ਉੱਥੋਂ ਮੈਨੂੰ ਪਤਾ ਚੱਲਿਆ ਕਿ ਉਹਨਾਂ ਦਾ ਅਸਲ ਨਾਮ ਨੂਰ ਮੁਹੰਮਦ ਸੀ, ਲੇਕਿਨ ਕਿਸੇ ਨੂੰ ਨਹੀਂ ਪਤਾ ਸੀ, ਨਾ ਪਿੰਡ ਵਿੱਚ ਨਾ ਫੈਮਿਲੀ ਵਾਲਿਆਂ ਨੂੰ ਕਿ ਨੂਰ ਮੁਹੰਮਦ ਸੀ, ਕਿਉਂਕਿ ਬਚਪਨ ਤੋਂ ਹੀ ਕੱਕੂ ਖਾਂ ਹੀ ਉਹ ਕਹਿਲਾਉਂਦੇ ਚਲੇ ਗਏ। ठीक ਤੇ ਉਹ ਫਿਰ ਸਾਰੇ ਲੋਕ ਪਿੰਡ ਵਾਲੇ ਵੀ ਕੱਕੂ ਖਾਂ ਹੀ ਕਹਿੰਦੇ ਸੀ। अच्छा अच्छा ਤੇ ਇੱਥੇ 37 ਜਦੋਂ ਆਏ ਨੇ ਉਹ ਘੋੜੀਪਾਲ ਸਿੰਘ 2 ਮਰਬੇ ਮਿਲੇ ਇਹਨਾਂ ਨੂੰ। ठीक ਇੱਥੇ 37 ਆਏ। मामू जान कुछ याद है किदों आए सन 37 या ਇਹ किदों बाद ਕੋਈ होया सन? ਤਕਰੀਬਨ 1905 ਵਿੱਚ 1905 ਇਹ ਮਰਬੇ ਸਰਗੋਦੇ ਦੇ ਜਿਹੜੇ ਨੇ ਇਹ ਆਬਾਦ ਹੋਣੇ ਸ਼ੁਰੂ ਹੋਏ ਤੇ ਅੰਗਰੇਜ਼ ਨੇ 2-2 ਮਰਬੇ ਘੋੜੀਪਾਲ ਸਕੀਮ ਦੇ ਮੁਤਾਬਕ ਦਿੱਤੇ। ਇੱਕ ਘੋੜੀਪਾਲ ਨਹੀਂ ਹੁੰਦੀ ਸੀ, ਉਹਦੇ ਨਾਮ 2 ਮਰਬੇ ਲੱਗਦੇ ਸਨ। ਫਿਰ ਉਹ 6 ਮਹੀਨੇ ਬਾਅਦ ਘੋੜੀ ਦਾ ਮੁਆਇਨਾ ਕਰਵਾਉਂਦੇ ਸੀ ਅਸਤਬਲ ਵਿੱਚ ਕੱਢ ਕੇ ਘੋੜੀ। ਅਗਰ ਘੋੜੀ 'ਚ ਕੋਈ ਕਮਜ਼ੋਰੀ ਆ ਗਈ ਹੈ ਤਾਂ ਉਹਨੂੰ ਨੋਟਿਸ ਮਿਲ ਜਾਂਦਾ ਸੀ ਕਿ ਅਗਲੇ ਮੁਆਇਨੇ ਤੱਕ ਅਗਰ ਘੋੜੀ ਠੀਕ ਨਾ ਹੋਈ ਤੇ ਤੁਹਾਡੇ ਮੁਰੱਬੇ ਜ਼ਬਤ ਹੋ ਜਾਣਗੇ। ਉਹ ਫਿਰ ਲੋਕ ਘੋੜੀਆਂ ਦੀ ਬੜੀ ਪਹਿਲ ਕਰਦੇ ਸੀ, ਖਿਆਲ ਰੱਖਦੇ ਸੀ। ਜ਼ਮੀਨ ਰਿਲੇਟਡ ਹੀ ਘੋੜੀ ਦੀ ਸਿਹਤ ਨਾਲ ਸੀ। ਹਾਂ ਬਿਲਕੁਲ, ਘੋੜੀ ਦੇ ਸਿਰ ਤੇ ਜ਼ਮੀਨ ਮਿਲਦੀ ਸੀ। ਉਹ ਇਸ ਵਾਸਤੇ ਬੜੇ ਕੱਦਾਵਰ ਘੋੜੇ ਹੁੰਦੇ ਸਨ ਜਿਹੜੇ ਇੱਥੇ ਪੈਦਾ ਹੁੰਦੇ ਸਨ ਉਹਨਾਂ ਘੋੜੀਆਂ ਚੋਂ। ਤੇ ਇਹ ਸਾਹਬੀ ਸਨ ਨੌਚੱਕ ਪਨਿਆਰ ਦੇ, ਚੌਧਰੀ ਹਾਕਮ ਅਲੀ ਪਨਿਆਰ ਦੇ ਨੰਬਰਦਾਰ ਤੇ ਸਫੈਦ ਪੋਸ਼ ਸਨ ਆਪਣੇ ਉਸ ਨੌ ਪਨਿਆਰ ਇਹ ਉਹ ਜਿਹੜਾ ਭਲਵਾਲ ਦੇ ਕੋਲ ਤੇ ਇਹ ਉੱਥੇ ਦੇ ਸਨ। ਤੇ 43 ਚੱਕ ਉਹਨਾਂ ਦੀ ਰਿਸ਼ਤੇਦਾਰੀ ਸੀ ਤੇ ਘੋੜੀ ਤੇ ਸਫ਼ਰ ਕਰਦੇ ਸਨ ਉਦੋਂ ਲੋਕ, ਜਦੋਂ ਕਰਦੇ ਸਨ ਉਹ ਘੋੜੀ ਤੇ ਆਉਂਦੇ ਸੀ। ਧਾਰੀਵਾਲ ਉਹਨਾਂ ਦੇ ਰਿਸ਼ਤੇਦਾਰ ਸੀ। 43 ਚੱਕ ਧਾਰੀਵਾਲ ਘੋੜੀ ਤੇ ਆਉਂਦੇ ਸਨ ਤੇ ਦੁਪਹਿਰ ਫਿਰ ਇੱਥੇ ਆਰਾਮ ਕਰਦੇ ਸਨ। 37 अच्छा ਜਰਾ ਠੰਡਾ ਹੁੰਦਾ ਸੀ, ਅਸਰ ਹੋ ਗਈ ਸੀ ਤੇ ਫਿਰ ਘੋੜੀ ਚੜ ਕੇ ਫਿਰ 43 ਜਾਂਦੇ ਸੀ। हाँ हाँ ਤੇ ਇੱਥੇ ਬਾਬਾ ਜੀ ਦੇ ਨਾਲ ਉਹਨਾਂ ਦੀ ਬੜੀ ਬਹਿਸ ਹੁੰਦੀ ਸੀ। अच्छा ਇੱਕ ਵਾਰੀ ਉਹਨਾਂ ਇੱਕ ਦੌਰੇ ਦੇ ਵਿੱਚ ਆਏ ਤੇ ਉਹਨਾਂ ਕਿਹਾ ਕਿ ਚੌਧਰੀ ਕੱਕੂ ਖਾਂ ਤੂੰ ਬਹਿਸ ਤੇ ਬੜੀ ਕਰਨਾ ਹੈ, ਲੇਕਿਨ ਗੱਲਾਂ ਸਾਰੀਆਂ ਇਤਰਾਜ਼ ਉਹ ਹੀ ਨਹੀਂ ਜਿਹੜੇ ਮੌਲਵੀ ਕਰਦੇ ਨੇ। अच्छा ਤੂੰ ਕੋਈ ਔਰ ਉਹ ਗਲਤ ਇਤਰਾਜ਼ ਕਰਦੇ ਨੇ, ਗਲਤ ਮਸਾਇਲ ਮਿਰਜ਼ਾ ਸਾਹਿਬ ਦੀ ਤਰ੍ਹਾਂ ਮਨਸੂਬ ਕਰਕੇ ਇਤਰਾਜ਼ ਕਰਦੇ ਨੇ।
ਅੱਛਾ ਕਿਉਂਕਿ ਮਿਰਜ਼ਾ ਸਾਹਿਬ ਦੀ ਕਿਤਾਬ ਵੀ ਪੜ੍ਹੀ ਹੈ ਤਾਂ ਕਿ ਪਤਾ ਲੱਗੇ ਤੁਹਾਨੂੰ ਕਿ ਮਿਰਜ਼ਾ ਸਾਹਿਬ ਕੀ ਦਾਵਾ ਕਰਦੇ ਨੇ। ਹਾਂ ਹਾਂ ਉਹਨੇ ਕਿਹਾ ਨਹੀਂ ਕਿਤਾਬ ਤੇ ਮੈਂ ਕੋਈ ਕਹਿਣ ਲੱਗੇ ਫਿਰ ਇਹ ਇਨਸਾਫ ਦੀ ਗੱਲ ਤੇ ਨਹੀਂ ਨਾ ਕਿ ਜਿਹੜਾ ਆਦਮੀ ਦੇ ਉੱਤੇ ਇਤਰਾਜ਼ ਹੈ ਉਹਦੇ ਨਾਲ ਗੱਲ ਹੀ ਕੋਈ ਨਹੀਂ ਹੋਈ ਤੇ ਲੋਕਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਇਤਰਾਜ਼ ਕਰਦੇ ਤੁਸੀਂ। ਅੱਛਾ ਕਹਿਣ ਲੱਗੇ ਹਾਂ ਗੱਲ ਤੇ ਠੀਕ ਹੈ। ਕਹਿਣ ਲੱਗੇ ਅੱਛਾ ਅਗਲੀ ਦਫਾ ਉਹ ਆਏ ਨਾ ਕੁਝ ਦਿਨਾਂ ਦੇ ਬਾਅਦ ਹਾਂ ਤੇ ਕਿਤਾਬ ਇੱਕ ਮਸੀਹ ਮੌਲਾ ਸਲਾਮ ਦੀ ਲੈ ਕੇ ਆਏ ਨਾਲ। ਅੱਛਾ ਪਨਿਆਰ ਨੂੰ ਪਨਿਆਰ ਵਾਲੇ ਜਿਹੜੇ ਆਨੋਂ ਪੜਿਆਰ ਵਾਲੇ ਹਾਕਮ ਵਾਲੀ ਸਾਹਿਬ ਅੱਛਾ ਉਹ ਆਏ ਤੇ ਇੱਕ ਕਿਤਾਬ ਵੀ ਨਾਲ ਲੈ ਕੇ ਆਏ। ਗੱਲ ਆਇਨਾ ਕਮਾਲਾ ਤੇ ਇਸਲਾਮ ਮੈਂ ਸੁਣਿਆ ਕਿ ਉਹ ਕਿਤਾਬ ਸੀ। ਅੱਛਾ ਮਸੀਹ ਮੌਲਾ ਸਲਾਮ ਦੀ ਠੀਕ। ਅੱਛੀ ਮੋਟੀ ਕਿਤਾਬ ਹੈ ਵੱਡੀ। ਉਹ ਉਹਨਾਂ ਨੇ ਨਾਲ ਲਿਆਂਦੀ ਤੇ ਉਹ ਇਹਨਾਂ ਨੂੰ ਦਿੱਤੀ। ਉਹਨੇ ਕਿਹਾ ਵੀ ਇਹ ਕਿਤਾਬ ਮਿਰਜ਼ਾ ਸਾਹਿਬ ਦੀ ਹੈ ਇਹ ਪੜ੍ਹੋ ਉਹਦੇ ਬਾਅਦ ਫਿਰ ਅਗਰ ਕੋਈ ਇਤਰਾਜ਼ ਹੋਵੇ ਤਾਂ ਉਹ ਦੱਸਣਾ। ਅੱਛਾ ਅਗਲੀ ਵਾਰ ਮੈਂ ਆਵਾਂਗਾ। ਚੁਨਾਂਚੇ ਬਾਬਾ ਜੀ ਅਗਲੇ ਦਿਨ ਸੁਬਾਹ ਨਾਸ਼ਤਾ ਕਰਕੇ ਡੇਰੇ ਚਲੇ ਗਏ। ਅੱਛਾ ਤੇ ਅੱਗੇ ਉਹ ਡੇਰੇ ਬੈਠ ਕੇ ਉਹ ਨੌਕਰਾਂ ਨੂੰ ਹੁਕਮ ਸ਼ਿਕਵਾਇਆ ਕਰੋ ਉਹ ਕਰੋ। ਉਸ ਦਿਨ ਉਹਨਾਂ ਨੌਕਰ ਨੂੰ ਕਹਿਣ ਲੱਗੇ ਕਿ ਮੈਂ ਡੇਰੇ ਨਹੀਂ ਬਹਿਣਾ। ਉਹ ਪੈਲੀ ਦੇ ਵਿੱਚ ਟਾਹਲੀ ਥੱਲੇ ਮੇਰੀ ਮੰਜੀ ਲਾਇਆ। ਅੱਛਾ ਮੈਂ ਉੱਥੇ ਗੁਜ਼ਾਰਾਂਗਾ ਦੇਣ। ਚੁਨਾਂਚੇ ਉੱਥੇ ਜਾ ਕੇ ਬੈਠੇ ਉਹ ਕਿਤਾਬ ਵੀ ਕੋਲ ਸੀ ਉਹ ਕਿਤਾਬ ਪੜ੍ਹਦੇ ਰਹੇ। ਅੱਛਾ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਉੱਥੇ ਬੈਠੇ ਉੱਥੇ ਨਮਾਜ਼ਾਂ ਪੜ੍ਹੀਆਂ। ਇਸ ਤਰ੍ਹਾਂ ਤਕਰੀਬਨ ਇੱਕ ਹਫ਼ਤਾ ਰੋਜ਼ ਹੀ ਇਹੀ ਰੂਟੀਨ ਉਹਨੇ ਰੱਖੀ ਔਰ ਉਹ ਕਿਤਾਬ ਜਿਹੜੀ ਉਹ ਸਾਰੀ ਪੜ੍ਹ ਲਈ। ਅੱਛਾ ਕੁਝ ਦਿਨਾਂ ਦੇ ਬਾਅਦ ਚੌਧਰੀ ਹਾਕਮ ਅਲੀ ਸਾਹਿਬ ਆਏ 43 ਜਾਣ ਵਾਸਤੇ। ਅੱਛਾ ਤੇ ਉੱਥੇ ਮੁਲਾਕਾਤ ਹੋਈ ਤੇ ਉਹਨਾਂ ਨੇ ਪੁੱਛਿਆ ਵੀ ਹਾਂ ਚੌਧਰੀ ਉਹ ਕਿਤਾਬ ਪੜ੍ਹ ਲਈ ਹੈ। ਅੱਛਾ ਉਹਨੇ ਕਿਹਾ ਜੀ ਹਾਂ ਮੈਂ ਪੜ੍ਹ ਲਈ ਹੈ। ਤੇ ਫਿਰ ਹੁਣ ਕੀ ਖਿਆਲ ਹੈ? ਖਿਆਲ ਕੀ ਹੋਣਾ ਮੇਰੀ ਬੈਤ ਦਾ ਖਤ ਲਿਖ ਦੇ। ਅੱਛਾ ਅੱਛਾ ਕਿਤਾਬ ਪੜ੍ਹਨ ਨਾਲ ਉਹ ਉਹਨਾਂ ਨੇ ਬੈਤ ਦਾ ਖਤ ਲਿਖ ਦਿੱਤਾ। ਕਿਹੜੀ ਕਿਤਾਬ ਪੜ੍ਹੀ ਉਹਨਾਂ ਨੇ? ਆਇਨਾ ਕਮਾਲਾ ਤੇ ਇਸਲਾਮ। ਮਤਲਬ ਆਂਦੇ ਨੇ ਸ਼ਾਇਦ ਮੈਨੂੰ ਜਿਹੜੀ ਯਾਦ ਹੈ ਉਹਨਾਂ ਨੂੰ ਹੋ ਸਕਦਾ ਕੋਈ ਹੋਲੇ ਕਿ ਨਹੀਂ ਉਹਨਾਂ ਦੇ ਦਿਨ ਚ ਇਹ ਕਿਹਾ। ਇਸ ਦੌਰਾਨ ਮਸੀਹ ਇਸਲਾਮ ਦਾ ਜ਼ਮਾਨਾ ਗੁਜ਼ਰ ਗਿਆ ਸੀ। ਖਲੀਫਾ ਅਵਲ ਦਾ ਜ਼ਮਾਨਾ ਆ ਚੁੱਕਿਆ ਸੀ ਜਦੋਂ ਉਹਨਾਂ ਬੈਤ ਕੀਤੀ ਹੈ। ਅੱਛਾ ਅੱਛਾ ਇਹ ਜਿਹੜੇ ਕੱਕੂ ਖਾਨ ਸਾਹਿਬ ਸਨ ਇਹਨਾਂ ਦੀ ਬਰਾਦਰੀ ਜਿਹੜੀ ਕੀ ਬਰਿਆ ਬਰਾਦਰੀ ਆਡੇ ਦੇ ਵਿੱਚ ਬਰਿਆ ਫੈਮਿਲੀ ਕਾਫੀ ਲੋਕ ਨੇ ਉੱਥੇ। ਬਰਿਆ ਬਰਾਦਰੀ ਹੈ ਆਡੇ ਵਿੱਚ ਜਿਹੜਾ ਇਹਨਾਂ ਪਿਛਲਾ ਪਿੰਡ ਸੀ। ਅੱਛਾ ਉਹਦੇ ਬਾਅਦ ਇਹਨਾਂ ਨੇ ਬੈਤ ਦਾ ਫਾਰਮ ਫਿਰ ਭੇਜ ਫਿਰ ਇਹਨਾਂ ਨੇ ਉਹ ਚਲੀ ਉਹਨਾਂ ਨੇ ਹਾਕਮ ਅਲੀ ਸਾਹਿਬ ਨੇ ਅੱਛਾ ਬੈਤ ਕਰਕੇ ਕਾਦੀਆਨ ਭੇਜ ਦਿੱਤਾ। ਮਾਮੂ ਜੀ ਤੁਹਾਨੂੰ ਕੋਈ ਮਾਮੂ ਜੀ ਯਾਦ ਹੈ ਕਿ ਜਿਹੜੀ ਸਾਡੀ ਪੱਟੀ ਫੈਮਿਲੀ ਹੈ ਇਹਦੇ ਚ ਅਹਿਮਦੀਅਤ ਕਿਸ ਤਰ੍ਹਾਂ ਆਈ ਸੀ ਜਾਂ ਕਿਹਨੇ ਕਬੂਲ ਕੀਤਾ? ਇਹ ਬਾਬਾ ਜੀ ਦੀ ਤਬਲੀਗ ਨਾਲ ਅਹਿਮਦੀ ਹੋਈ ਸੀ। ਕਿਉਂਕਿ ਬਾਬਾ ਜੀ ਦੀ ਇੱਕ ਬੇਟੀ ਭੱਟੀਆਂ ਵਿੱਚ ਸੀ ਨਾ। ਸਾਡੀ ਦਾਦੀ ਜਾਨ ਦੀ ਇੱਕ ਭੈਣ ਭੱਟੀਆਂ ਵੱਲ ਸੀ ਇੱਕ ਜਿਹੜੀ ਸੀ ਦੇਵਾਂ ਵੱਲ ਸੀ। ਅੱਛਾ ਤੇ ਬਾਬਾ ਜੀ ਤੇ ਤਬਲੀਗ ਉਹਨਾਂ ਨੂੰ ਵੀ ਕਰਦੇ ਸੀ ਉਹਨਾਂ ਨੂੰ ਵੀ ਕਰਦੇ ਸੀ। ਦਿਉ ਤੇ ਨਹੀਂ ਹੋਏ ਅਹਿਮਦੀ ਲੇਕਿਨ ਫਿਰ ਭੱਟੀ ਬਾਬਾ ਜੀ ਜਿਹੜੇ ਸਨ ਉਹ ਅਹਿਮਦੀ ਹੋ ਗਏ। ਬਾਬਾ ਜੀ ਕਰਮਦਾਦ ਭੱਟੀ ਜਾਂ ਬਾਬਾ ਜੀ ਸਵਾਰ ਨਹੀਂ ਉਹਨਾਂ ਦਾ ਨਾਮ ਗਾਲਬਨ ਕਰਮਦਾਰ ਹੈ। ਸਾਡੇ ਜਿਹੜੇ ਪੜਦਾਦਾ ਨੇ ਉਹਨਾਂ ਦਾ ਨਾਮ ਹੈ ਚੌਧਰੀ ਕਰਮਦਾਦ ਭੱਟੀ। ਦਾਦੀ ਜਾਨ ਚੌਧਰੀ ਕਰਮਦਾਦ ਭੱਟੀ ਨਾ ਉਹਨਾਂ ਨੇ ਫਿਰ ਅਹਿਮਦੀਅਤ ਕਬੂਲ ਕੀਤੀ। ਇਹ ਬਰਾਡਵੇ ਉਸ ਤੋਂ ਬਾਅਦ ਸਾਡੇ ਫਿਰ ਜਿਹੜੇ ਬਰਾਡਵੇ ਜਿਹੜੇ ਨੇ ਇਹ ਹੰਜਰਾ ਨੇ ਇਹਨਾਂ ਦੀ ਜ਼ਾਤ ਤੇ ਹੰਜਰਾ ਹੈ ਲੇਕਿਨ ਬਰਾਡਵੇ ਉਹ ਇਸ ਤਰ੍ਹਾਂ ਨਾਮ ਇਹਨਾਂ ਦਾ ਪੈ ਗਿਆ ਕਿ ਜਿਹੜੇ ਈਸਾਈ ਸਨ ਨਾ 37 ਚੱਕ ਵਿੱਚ ਕਾਫੀ ਜ਼ਿਆਦਾ ਈਸਾਈਆਂ ਦਾ ਇੱਕ ਮਹੱਲਾ ਪੂਰਾ 30 ਈਸਾਈਆਂ ਦੀ ਕਹਿੰਦੇ। ਉਹਨਾਂ ਦੇ ਵਿੱਚ ਜਦੋਂ ਆਪਸ ਵਿੱਚ ਝਗੜਾ ਕੋਈ ਹੁੰਦਾ ਸੀ ਨਾ ਤੇ ਉਹ ਆਪਣਾ ਝਗੜਾ ਇਹ ਮੀਆਂ ਜੀ ਦੇ ਜਿਹੜੇ ਵਾਲਿਦ ਸਨ ਨਾ ਅੱਲਾਹ ਬਖਸ਼ ਉਹਨਾਂ ਦਾ ਨਾਮ ਸੀ ਉਹਨਾਂ ਦੇ ਕੋਲ ਲਿਆਉਂਦੇ ਸੀ। ਉਹ ਇਹਨਾਂ ਦੇ ਝਗੜੇ ਮੁਕਾਉਂਦੇ ਸੀ ਫੈਸਲੇ ਕਰਦੇ ਸੀ। ਤੇ ਉਹ ਤੇ ਜੱਜ ਸੀ ਇੱਕ ਸਰਗੋਧੇ ਮਿਸਟਰ ਬਰਾਡਵੇ ਤੇ ਉਹਨਾਂ ਕੋਈ ਈਸਾਈਆਂ ਦਾ ਕੋਈ ਝਗੜਾ ਸੀ ਤੇ ਉਹ ਲੈ ਕੇ ਆਏ ਤੇ ਉਹਨਾਂ ਕਿਹਾ ਜੀ ਤੁਸੀਂ ਸਰਗੋਧੇ ਲੈ ਜਾਓ ਮਿਸਟਰ ਬਰਾਡਵੇ ਕੋਲ। ਉਹ ਈਸਾਈ ਕਹਿਣ ਲੱਗੇ ਨਹੀਂ ਜੀ ਸਾਡੇ ਬਰਾਡਵੇ ਤੁਸੀਂ ਹੋ। ਅੱਛਾ 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 ਉਹਦੇ ਬਾਅਦ ਅੱਛਾ ਨਾਮ ਇੰਜ ਪਿਆ ਬਰਾਡਵੇ। ਅੱਛਾ 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 ਹੰਜਰਾ ਤੋਂ ਫਿਰ ਉਹ ਬਰਾਡਵੇ ਮਸ਼ਹੂਰ ਹੋ ਗਿਆ ਨਾਮ ਵਾਸਤਾ ਸਾਰੇ ਪਿੰਡ ਵਿੱਚ ਬਰਾਡਵੇ ਈਸਾਈ ਜੋ ਬਰਾਡਵੇ ਜਦੋਂ ਲਿਖਿਆ ਕੱਕੂ ਖਾਨ ਮਸ਼ਹੂਰ ਹੋ ਗਿਆ ਤੇ ਉਹਦਾ ਨਾਮ ਤੇ ਨੂਰ ਮੁਹੰਮਦ ਸੀ। ਕੱਕੂ ਖਾਨ ਉਹਨਾਂ ਕਹਿੰਦੇ ਸਾਰੇ। ਅੱਛਾ ਇਹਦਾ ਮਤਲਬ ਜਿਹੜੀ ਅਹਿਮਦੀਅਤ ਫੈਲੀ ਹੈ 37 ਦੇ ਵਿੱਚ ਇਹ ਸਾਰੀ ਫਿਰ ਉਹਨਾਂ ਤੋਂ ਅੱਗੋਂ ਇੱਕ ਬਾਬਾ ਜੀ ਬਾਜਵੇ ਜਿਹੜੇ ਸਨ ਜਿਹੜੇ ਬਾਜਵਾ ਫੈਮਿਲੀ ਇਹਨਾਂ ਦੇ ਸਨ ਹੁਸੈਨ ਬਖਸ਼ ਬਾਜਵਾ। ਅੱਛਾ
ਉਸ ਅਹਿਮਦੀ ਸਨ ਲੇਕਿਨ ਅਨਪੜ੍ਹ ਸਨ। ਠੀਕ ਉਹ ਆਪਣੇ ਠੀਕ ਆਪ ਨੂੰ ਸ਼ੋ ਹੀ ਨਹੀਂ ਸੀ ਕਰਦੇ। ਅੱਛਾ ਨਾ ਕਿਸੇ ਨਾਲ ਅਹਿਮਦੀ ਦੀ ਗੱਲ ਕਰਨੀ, ਹੂੰ ਸਵੇਰ ਨਿਕਲਣਾ ਔਰ ਡੇਰੇ ਚਲਾ ਜਾਣਾ ਜ਼ਮੀਨ ਤੇ ਸ਼ਾਮ ਨੂੰ ਆ ਜਾਣਾ, ਅੱਛਾ ਕੋਈ ਰਾਬਤਾ ਨਹੀਂ, ਨਾ ਕੋਈ ਤਬਲੀਗ। ਹੂੰ ਇਹ ਫਿਰ ਜਦੋਂ ਬਾਬਾ ਜੀ ਹੋਏ ਨਾ ਅੱਛਾ ਅਹਿਮਦੀ, ਅੱਛਾ ਚੌਧਰੀ ਹਕਮ ਅਲੀ ਹਾਂ, ਸਾਹਿਬ ਦੇ ਰਾਬਤੇ ਦੀ ਵਜ੍ਹਾ ਨਾਲ, ਠੀਕ ਤੇ ਇਹਨਾਂ ਨੇ ਫਿਰ ਤਬਲੀਗ ਕਰਨੀ ਸ਼ੁਰੂ ਕੀਤੀ। ਅੱਛਾ ਚੌਧਰੀ ਹਾਕਮ ਜਿਹੜੇ ਬਾਜਵਾ ਸਨ, ਭੱਟੀ ਵੀ ਅਹਿਮਦੀ ਫਿਰ ਹੋਏ। ਹੂੰ ਨਹੀਂ ਹੋਰ ਕਿਸੇ ਨੇ 43 ਚੱਕਦੇ ਸਨ ਕੋਈ ਉਹਨਾਂ ਦਾ ਜਿਹੜਾ ਬਾਜੀਆਂ ਦੇ ਵੀ ਫਿਰ ਜਿਹੜੇ ਨੌ ਭਲਿਆਰ ਦੇ ਸਨ, ਹਾਂਜੀ ਚਲੋ ਚੱਪਲ ਆ ਗਏ। ਚੌਧਰੀ ਹਕਮ ਅਲੀ ਬੜਿਆ ਚ ਹੋਣਗੇ ਉਹ ਅੱਛਾ ਉਹ ਜਿਹੜਾ ਇੱਕ ਬੜਾ ਆਪਣੇ। ਅੱਛਾ ਉਹ ਭਲਿਆਰ ਚ ਪੰਜਾਬ ਬੜਾ ਭਾਈ ਬੜਾ ਕਿਦੋਂ ਕਿ ਲਿਆਂਦੇ ਨੇ ਕਿ